ਹਾਂਜੀ ਜੀ ਆਇਆਂ ਨੂੰ 19ਵੀਂ ਵਾਰੀ। ਮੈਨੂੰ ਲੱਗਦਾ ਨਹੀਂ ਸੀ ਕਿ ਕਰੋਨਾ ਮਹਾਰਾਜ ਦੀ ਐਡੀ ਲੰਬੀ ਕਿਰਪਾ ਹੋਣੀ ਹੈ ਕਿ ਇਹਨੇ ਤੁਹਾਡੇ ਨਾਲ ਮੁਲਾਕਾਤਾਂ ਦਾ ਵੇਲਾ ਮਿਲੇਗਾ। ਇਹ ਜਿਹੜੀ ਮੈਂ ਹੁਣੇ ਸ਼ੁਰੂ ਦੇ ਵਿੱਚ ਇੱਕ ਫੋਟੋ ਦਿਖਾ ਰਿਹਾ ਸੀ ਨਾ, ਉਹ ਅਸਲ 'ਚ ਕੈਮੀਕਲ ਸਟਰਕਚਰ ਸੀ ਮੇਰੇ ਉਸ ਕੰਪਾਊਂਡ ਦਾ, ਕਾਈਨੇਟਿਨ ਦਾ, ਜਿਹੜੀ ਮੈਂ ਡਿਸਕਵਰੀ ਕੀਤੀ ਸੀ ਤੇ ਜਿਹਦੇ ਫਿਰ ਬੜੀਆਂ ਸਕਿਨ ਕੇਅਰ ਕਰੀਮਸ ਵਗੈਰਾ ਬਣੀਆਂ। ਪਰ ਹੈ ਉਹ ਕੋਸਮੈਟਿਕਸ ਸਨ, ਤੇ ਕੱਲ੍ਹ ਦਾ ਅਸੀਂ ਗੱਲ ਕੋਸਮੈਟਿਕਸ ਦੀ ਕਰ ਰਹੇ ਸਾਂ। ਤੇ ਮੈਨੂੰ ਆਸ ਹੈ ਕਿ ਤੁਸੀਂ ਸਿਰਫ ਮੇਰੀ ਉਸ ਇੱਕ ਕਰੀਮ ਦੇ ਉੱਤੇ ਹੀ ਨਾ ਫੋਕਸ ਹੋ ਜਾਣਾ। ਇਹ ਜਿਹੜੀਆਂ ਮੇਰੀਆਂ ਹੋਰ ਗੱਲਾਂ ਸਾਂਝੀਆਂ ਕੀਤੀਆਂ, ਜਿਹਦੇ ਵਿੱਚ ਮੈਂ ਤੁਹਾਨੂੰ ਇਹ ਮੈਸੇਜ ਦੇਣਾ ਚਾਹੁੰਦਾ ਜਾਂ ਸਿਖਾਉਣਾ ਚਾਹੁੰਦਾ ਕਿ ਤੁਸੀਂ ਆਪਣੇ ਲਈ ਆਪ ਫਿਰ ਕਿਹੋ ਜਿਹੀ ਚੀਜ਼ ਕਿਉਂ ਤੇ ਕਿਵੇਂ ਲੱਭੀ ਜਾ ਸਕਦੀ। ਸੋ ਕੋਸਮੈਟਿਕਸ ਦੇ ਮਾਮਲੇ 'ਚ ਨਾ ਬੜੀ ਦੇਰ ਤੱਕ ਤੇ ਇਹੀ ਪ੍ਰਚਾਰ ਰਹਿੰਦਾ ਸੀ ਕਿ ਜਿਵੇਂ ਸਿਰਫ ਔਰਤਾਂ ਦੀ ਡਿਮਾਂਡ ਹੈ, ਕਿ ਔਰਤਾਂ ਜਿਹੜੀਆਂ ਨੇ ਗਲੀਬਲ ਹੁੰਦੀਆਂ, ਕੰਬਈ ਗੱਲਾਂ 'ਚ ਆ ਜਾਂਦੀਆਂ ਨੇ ਤੇ ਉਹਨਾਂ ਨੂੰ ਆਪਣੀ ਚਿਹਰੇ ਦਾ ਪਿਆ ਵੈ ਚੱਕਰ। ਤੇ ਇਸ ਲਈ ਸਾਰੀ ਕੋਸਮੈਟਿਕ ਇੰਡਸਟਰੀ ਜ਼ਿਆਦਾਤਰ ਈਵਨ ਹੁਣੇ ਵੀ ਔਰਤਾਂ ਉੱਤੇ ਹੀ ਫੋਕਸ ਕਰਦੀ, ਜਿਵੇਂ ਕਿ ਖੂਬਸੂਰਤ ਲੱਗਣਾ ਤੇ ਜਵਾਨ ਲੱਗਣਾ, ਸਿਹਤਮੰਦ ਲੱਗਣਾ, ਉਹ ਔਰਤਾਂ ਦੀ ਉੱਤੇ ਪ੍ਰੈਸ਼ਰ ਹੈ। ਪਰ ਫਿਰ 10-15 ਸਾਲ ਪਹਿਲੇ ਜਦੋਂ ਦੀ ਕੋਸਮੈਸਿਊਟੀਕਲਸ ਵੀ ਬਣਨੀਆਂ ਸ਼ੁਰੂ ਹੋਈਆਂ, ਕਿ ਜਿਨ੍ਹਾਂ 'ਚ ਕੰਪਾਊਂਡ ਤੇ ਬੜੇ ਬੜੇ ਜ਼ਬਰਦਸਤ ਹੈਗੇ ਨੇ ਪਰ ਹੈਗੀਆਂ ਉਹ ਕੋਸਮੈਟਿਕਸ ਨੇ, ਫਿਰ ਉਹ ਕੰਪਨੀਆਂ ਨੂੰ ਇਹ ਸਮਝ ਆਈ ਕਿ ਯਾਰ ਅਸੀਂ 50% ਤੇ ਪਾਪੂਲੇਸ਼ਨ ਨੂੰ ਕੇਟਰ ਹੀ ਨਹੀਂ ਕਰ ਰਹੇ, ਕਿ ਬੰਦੇ ਵੀ ਤੇ ਚਾਹੁੰਦੇ ਨੇ, ਖਾਸ ਕਰਕੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ 60s ਦੇ ਬਰਥ ਵਾਲੇ, ਤੇ ਉਹਨਾਂ ਨੂੰ ਵੀ ਉਹਨਾਂ ਕੋਲ ਪੈਸਾ ਵੀ ਆਇਆ, ਉਹਨਾਂ ਨੂੰ ਸੁੰਦਰਤਾ ਦੀ ਵੀ ਜ਼ਿਆਦਾ ਆਪਣੀ ਲੋੜ ਪਈ। ਤੇ ਉਹ ਲੱਗਾ ਕਿ ਵੀ ਨਹੀਂ, ਸਿਰਫ ਜਨਾਨੀਆਂ ਹੀ ਨਹੀਂ ਸਾਡੀਆਂ ਕੰਜ਼ਿਊਮਰ ਹੋ ਸਕਦੀਆਂ, ਇਹ ਬੰਦੇ ਤੇ ਸਗੋਂ ਡਬਲ ਨੇ। ਬੰਦਿਆਂ ਦੇ ਮਾਮਲੇ ਵਿੱਚ ਇਹ ਕਿਹਾ ਜਾਂਦਾ ਹੈ, ਜਿਹੜੇ ਕਿ ਪਹਿਲੇ ਔਰਤਾਂ ਤੇ ਹੱਸਦੇ ਸੀ, ਕਿ ਉਹਨਾਂ ਨੂੰ 2 ਕੰਮਾਂ ਲਈ ਜੋ ਮਰਜ਼ੀ ਵੇਚ ਦਿਓ। ਹਾਂਜੀ, ਕੋਲਾ ਮੋਲਾ ਹੋਕਸ ਪੋਕਸ ਪਾ ਕੇ ਇਹ 2 ਤਰ੍ਹਾਂ ਦੀ ਹੈ ਕੋਸਮੈਟਿਕਸ। ਇੱਕ ਤੇ ਕੋਸਮੈਟਿਕਸ ਹੈ, ਉਹ ਕੋਸਮੈਟਿਕ ਦਾ ਮਤਲਬ ਉਹੀ ਸੁਪਰਫਿਸ਼ਲ, ਕਿ ਗੰਜੇਪਣ ਦਾ ਇਲਾਜ, ਕਿ ਇਹ ਜੀ ਸਾਡੀ ਕਰੀਮ ਲਗਾਓਗੇ, ਸਾਡਾ ਤੇਲ ਲਗਾਓ ਤੇ ਦੁਬਾਰਾ ਵਾਲ ਆ ਜਾਣਗੇ। ਕੁਝ ਨਹੀਂ ਹੈਗਾ ਸਾਇੰਟੀਫਿਕਲੀ ਉਹਦੇ ਵਿੱਚ, ਹਾਲੇ ਤੱਕ ਕੁਝ ਨਹੀਂ। ਉਹ ਸਿਰਫ ਤੇ ਸਿਰਫ ਟਰਾਂਸਪਲਾਂਟੇਸ਼ਨ ਜ਼ਰੂਰ ਹੋ ਸਕਦੀ ਹੈ, ਕਿ ਕੱਲਾ ਵਾਲ ਤੁਹਾਡਾ ਹੀ ਕਿਧਰੋਂ ਲੈ ਕੇ, ਜਾਂ ਫਿਰ ਤੁਹਾਡੇ ਬੋਡੀ ਨੂੰ ਐਕਸੈਪਟੇਬਲ ਕੱਲੀ ਉਹਨੂੰ ਫੋਲੀਕਲ ਨੂੰ ਉਹਦੇ 'ਚ ਲਾਣਾ। ਸੋ ਤੇ ਦੂਜਾ ਜਿਹੜਾ ਹੁੰਦਾ ਕਿ ਬੰਦਿਆਂ ਨੂੰ ਤੁਸੀਂ ਜੋ ਮਰਜ਼ੀ ਵੇਚ ਲਓ ਕਾਲਾ ਮਾਲਾ ਕਰਕੇ, ਉਹ ਹੈ ਮਰਦਾਨਗੀ ਦੀ ਤਾਕਤ। ਹਾਂਜੀ, ਸੋ ਜੇ ਜਨਾਨੀਆਂ ਸਿਰਫ ਐਂਟੀ ਰਿੰਕਲ ਦੇ ਉੱਤੇ, ਜੇ ਅਸੀਂ ਕਹਿੰਦੇ ਹਾਂ ਕਿ ਓਬਸੈਸ ਹੋ ਜਾਂਦੀਆਂ, ਉਹ ਜਿਹੜਾ ਬੰਦਿਆਂ ਨੂੰ ਵੀ ਹੈ, ਪਰ ਬੰਦਿਆਂ ਨੂੰ ਇਹ ਵਾਲੀ ਬਾਲਡਨੈਸ, ਕਾਲੇ ਰੰਗ ਦਾ ਤੇ ਮਰਦਾਨਗੀ ਦੇ ਨਾਂ ਦੇ ਉੱਤੇ ਕੋਸਮੈਟਿਕਸ ਦੀ ਪਛਾਣੋ ਕਿਵੇਂ, ਕਿ ਕਿਹੜੀ ਵਾਕਈ ਸੱਚੀ ਹੈ ਤੇ ਕਿਹੜੀ ਝੂਠੀ ਹੈ। ਕਿਉਂਕਿ ਅੱਜ ਕੱਲ੍ਹ ਦੀਆਂ ਕੋਸਮੈਟਿਕਸ ਦੇ ਵਿੱਚ, ਜਿਵੇਂ ਮੈਂ ਗੱਲ ਕੀਤੀ, ਬੜੇ ਪਾਵਰਫੁਲ ਕੰਪਾਊਂਡਸ ਹੈਗੇ ਨੇ। ਉਹਨਾਂ ਵਿੱਚ ਕਈ ਵੱਡੇ ਕੰਪਾਊਂਡ ਨੇ, ਕਈ ਛੋਟੇ ਕੰਪਾਊਂਡ ਨੇ। ਵੱਡੇ ਤੋਂ ਮਤਲਬ ਕਿ ਐਡੇ ਵੱਡੇ ਸਾਈਜ਼ ਦੇ ਨੇ ਕਿ ਉਹ ਅਸਲ 'ਚ ਸਕਿਨ ਦੇ ਅੰਦਰ ਪੈਨੀਟ੍ਰੇਟ ਹੀ ਨਹੀਂ ਕਰ ਸਕਦੇ, ਅੰਦਰ ਜਾ ਹੀ ਨਹੀਂ ਸਕਦੇ। ਜਿਵੇਂ ਬੜੀ ਪੁਰਾਣੀਆਂ ਕੋਲੇਜਨ ਵਗੈਰਾ ਹੁੰਦੀਆਂ ਸੀ, ਜਾਂ DNA, RNA, ਉਹ ਸੁਣਨ ਨੂੰ ਵੱਡੇ ਨਾਂ ਲੱਗਦੇ ਨੇ, ਪਰ ਉਹ ਕੋਸਮੈਟਿਕਸ ਦੇ ਅੰਦਰ ਹੀ ਨਹੀਂ ਵੜਦੀਆਂ। ਸੋ ਅੰਦਰ ਜਾ ਕੇ ਕੰਮ ਤੇ ਕੀ ਕਰਨਾ। ਪਰ ਜਿਹੜੇ ਨਵੇਂ ਕੰਪਾਊਂਡ ਨੇ, ਜਿਵੇਂ ਮੇਰੀ ਡਿਸਕਵਰੀ ਦਾ ਵੀ ਸੀ, ਉਹ ਕੰਪਾਊਂਡ ਜਾਂਦੇ ਤੇ ਨੇ ਅੰਦਰ। ਅਸੀਂ ਵੀ ਰਿਸਰਚ ਕਰਕੇ ਸ਼ੋਅ ਕੀਤਾ ਕਿ ਕਿਵੇਂ ਕੁਝ ਮਿੰਟਾਂ ਵਿੱਚ ਹੀ ਕਿੱਥੋਂ ਤੱਕ ਪੁੱਜਦੇ ਨੇ। ਪਰ ਉਹਦੀ ਫਾਰਮੂਲੇਸ਼ਨ ਅਕੋਰਡਿੰਗ ਟੂ ਲਾਅ, ਜੋ ਸਾਡਾ ਲੀਗਲ ਐਪਲੀਕੇਸ਼ਨ ਵੀ ਸਾਨੂੰ ਹੱਕ ਹੈ, ਉਹ ਇਸ ਲੈਵਲ 'ਤੇ ਹੈ ਕਿ ਉਹ ਕੁਝ ਕੰਮ ਨਹੀਂ ਕਰ ਸਕਦੀਆਂ ਸਵਾਏ ਮੋਇਸਚਰਾਈਜੇਸ਼ਨ 'ਤੇ। ਤੇ ਫਿਰ ਅਸੀਂ ਕੋਸਮੈਟਿਕਸ ਕਿਹੜੇ ਹਿਸਾਬ ਸਿਰ ਚੁਣਦੇ ਹਾਂ। ਉਹਦੇ 2-3 ਤਰੀਕੇ ਨੇ ਜਿਹੜੇ ਮੋਸਟਲੀ ਵਰਤੇ ਜਾਂਦੇ। ਸਾਰੀਆਂ ਕੋਸਮੈਟਿਕਸ ਵਾਲੀਆਂ ਕਿਸੇ ਨਾ ਕਿਸੇ ਮਸ਼ਹੂਰ ਐਕਟਰ ਤੇ ਖਿਲਾੜੀ ਤੇ ਮਿਊਜ਼ੀਸ਼ੀਅਨ ਤੇ ਪੋਲੀਟੀਸ਼ੀਅਨ ਤੇ ਪਤਾ ਨਹੀਂ ਕੌਣ ਸੁਪਰ ਮਾਡਲਸ, ਉਹਨਾਂ ਨੂੰ ਇਸਤੇਮਾਲ ਕਰਦੇ ਨੇ। ਉਹ ਸਾਨੂੰ ਲੱਗਦਾ ਕਿ ਜਿਵੇਂ ਵੀ ਉਹ ਇਹਦੇ ਤੋਂ ਇੰਨੇ ਪ੍ਰਭਾਵਿਤ ਨੇ ਤੇ ਮੈਂ ਤੇ ਉਹਦੇ ਵਰਗਾ ਹੀ ਬਣਨਾ ਚਾਹੁੰਦਾ। ਹਾਂਜੀ, ਮੈਂ ਵੀ ਸ਼ਾਹਰੁਖ ਖਾਨ ਲੱਗਣਾ ਚਾਹੁੰਦਾ, ਜਾਂ ਮੈਂ ਵੀ ਜਿਹੜੀ ਕਾਜਲ ਬਣਨਾ ਚਾਹੁੰਦਾ, ਜਾਂ ਜਿਹੜੀ ਵੀ ਐਗਜ਼ਾਮਪਲ ਅਸੀਂ ਲੈਣੀ ਚਾਹੀਏ। ਇਹਨੂੰ ਹੁੰਦਾ ਸੈਲੀਬ੍ਰਿਟੀ ਬੇਸਡ ਰੈਕਮੈਂਡੇਸ਼ਨ, ਕਿ ਸੈਲੀਬ੍ਰਿਟੀ ਸਾਨੂੰ ਕੀ ਕਹਿ ਰਹੀ ਹੈ, ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ, ਜਿਨ੍ਹਾਂ ਦੀ ਅਸੀਂ ਵੀਡੀਓ ਵੀ ਕਰੋੜਾਂ ਦੀ ਤਾਦਾਦ 'ਚ ਦੇਖਦੇ ਹਾਂ, ਉਹ ਜੋ ਕਹਿ ਰਹੇ, ਪਰ ਉਹਨਾਂ ਨੂੰ ਇਹ ਕਹਿਣ ਦੇ ਲਈ ਬੜਾ ਪੈਸਾ ਮਿਲ ਰਿਹਾ ਹੁੰਦਾ, ਬੜਾ ਪੈਸਾ, ਲੱਖਾਂ ਕਰੋੜਾਂ ਡਾਲਰਾਂ ਦੇ ਵਿੱਚ। ਫਿਰ ਹੁੰਦੀਆਂ ਕੁਝ ਕੋਸਮੈਟਿਕਸ ਕੰਪਨੀਆਂ ਜਿਹੜੇ ਆਪਣੀਆਂ ਗੱਲਾਂ ਕਰਦੇ ਨੇ, ਤੇ ਜਿਹਦੇ ਵਿੱਚ ਆਮ ਤੌਰ 'ਤੇ ਲੋਕਾਂ ਦੇ ਪਰਸਨਲ ਐਕਸਪੀਰੀਅੰਸ ਦਿੱਤੇ ਹੁੰਦੇ ਨੇ, ਕਿ ਮੈਂ ਇਹ ਕੀਤਾ ਤੇ ਇਹ ਲਿਖਿਆ। ਸੋ ਜਦੋਂ ਇਹੋ ਜਿਹੀਆਂ ਚੀਜ਼ਾਂ ਦਾ ਮਾਰਕੀਟ 'ਚ ਹੋਵੇ ਨਾ ਵਿਕਣ ਦਾ ਤਰੀਕਾ, ਕਿ ਉਹ ਜਾਂ ਤੇ ਸੈਲੀਬ੍ਰਿਟੀਜ਼ ਦੀ ਐਂਡੋਰਸਮੈਂਟ, ਜਾਂ ਲੋਕਾਂ ਦੀ, ਜਿਹਦੇ ਵਿੱਚ ਉਹ ਸੱਚੇ ਵੀ ਲੋਕ ਹੋ ਸਕਦੇ ਨੇ ਤੇ ਮੋਸਟਲੀ ਉਹ ਐਕਟਰ ਵੀ ਹੁੰਦੇ ਨੇ, ਉਹ ਕਹਿਣ ਕਿ ਮੈਨੂੰ ਕਿੰਨੀ ਛੇਤੀ ਕਿਹੜਾ ਫਰਕ ਪਿਆ। ਇਹਨੂੰ ਕੁਐਸਚਨ ਮਾਰਕ ਨਾਲ ਸੋਚੋ ਕਿ ਉਹ ਕਿਉਂ ਕਹਿ ਰਹੇ ਨੇ।
ਫਿਰ ਕਦੇ-ਕਦੇ ਕੁਝ ਕੰਪਨੀਆਂ ਵਾਲਿਆਂ ਦੇ ਵਿੱਚ ਕੁਝ ਇਹੋ ਜਿਹੇ ਚਿੱਟੇ ਕੱਪੜੇ ਪਾ ਕੇ, ਸਟੈਥੋਸਕੋਪ ਪਾ ਕੇ ਸਾਇੰਸਦਾਨ ਲੱਗਣ ਵਰਗੇ ਡਾਕਟਰ ਵੀ ਹੁੰਦੇ ਨੇ, ਹਾਂਜੀ, ਤੇ ਉਹਨਾਂ ਦੇ ਨਾਵਾਂ ਦੇ ਨਾਲ ਵੀ ਕਈ ਡਿਗਰੀਆਂ ਲੱਗੀਆਂ ਹੁੰਦੀਆਂ। ਉਹ ਬੜੀ ਵਾਰੀ ਕਈ ਵਾਰ ਝੂਠੀਆਂ ਵੀ ਹੋ ਸਕਦੀਆਂ ਨੇ। ਕਈ ਵਾਰੀ ਉਹ ਡਿਗਰੀਆਂ ਲੈਣੀਆਂ ਜਾਂ ਕਿਸੇ ਪ੍ਰੋਫੈਸ਼ਨ ਦੀ ਪੜ੍ਹਾਈ ਕਰਨੀ, ਇਹ ਤਾਂ ਨਹੀਂ ਨਾ ਤੁਹਾਨੂੰ ਗਰੰਟੀ ਦਿੰਦੀ ਕਿ ਅਸੀਂ ਹੁਣ ਆਪਣੀ ਨੌਲੇਜ ਨੂੰ ਗਲਤ ਨਹੀਂ ਵਰਤਾਂਗੇ ਜਾਂ ਗਲਤ ਕੰਮ ਲਈ ਨਹੀਂ ਵਰਤਾਂਗੇ। ਸੋ ਉਹਦੇ 'ਚ ਤੁਹਾਨੂੰ ਫਿਰ ਉਹ ਦੇਖਣਾ ਚਾਹੀਦਾ ਹੁੰਦਾ ਕਿ ਜਿਹੜਾ ਬੰਦਾ ਕਹਿ ਰਿਹਾ ਉਹਨੇ ਕੀ ਅੱਜ ਤੱਕ ਕੀਤਾ, ਉਹਦੀ ਆਪਣੀ ਆਊਟਪੁੱਟ ਕੀ ਹੈ। ਕਈ ਵਾਰ ਉਹ ਡਾਕਟਰ ਦਾ ਡਿਗਰੀ ਲਾਈ ਹੁੰਦੀ, ਡਾਕਟਰੇਟ PhD ਕੀਤੀ ਹੁੰਦੀ ਹੈ ਫਿਜ਼ਿਕਸ 'ਚ, ਕੈਮਿਸਟਰੀ 'ਚ, ਫਿਲੋਸਫੀ 'ਚ, ਤੇ ਗੱਲ ਕਰ ਰਹੇ ਹੁੰਦੇ ਨੇ ਹੈਲਥ ਦੀ, ਹਾਂਜੀ। ਪਰ ਕਿਉਂਕਿ ਅਸੀਂ ਪ੍ਰਭਾਵਿਤ ਹੋ ਜਾਂਦੇ ਹਾਂ ਡਿਗਰੀਆਂ ਤੋਂ, ਐਜੂਕੇਸ਼ਨ ਲੇਬਲਾਂ ਤੋਂ, ਉਹਦੇ ਬਾਰੇ ਸਾਨੂੰ ਉਸ ਮਨੁੱਖ ਬਾਰੇ ਲੱਭਣਾ ਪੈਂਦਾ ਕਿ ਕਦੇ ਉਹਨੇ ਆਪ ਵੀ ਇਸ ਫੀਲਡ 'ਚ ਕੋਈ ਕੰਮ ਕੀਤਾ, ਕੋਈ ਪੇਪਰ ਛਾਪੇ ਨੇ। ਕਿਉਂਕਿ ਜਿਹੜੀ ਰਿਸਰਚ ਅਸਲ 'ਚ ਹੋਈ ਹੁੰਦੀ ਹੈ ਨਾ, ਉਹ ਜਾਂ ਤਾਂ ਛਪਦੀ ਹੋਈ ਨਹੀਂ ਹੈ, ਤੇ ਜੇ ਤੁਸੀਂ ਛਪੋ, ਉਹ ਛਪੇ ਹੋਏ ਪੇਪਰ ਪੜ੍ਹੋ, ਤੇ ਉਹ ਇੰਨੇ ਟੈਕਨੀਕਲ ਦੇ ਵਿੱਚ ਹੁੰਦਾ ਕਿ ਕਿਵੇਂ ਲੈਬੋਰਟਰੀ ਦੀ ਕਿਹੜੀ ਕੰਡੀਸ਼ਨ 'ਚ ਕਿਹੜੇ ਇਫੈਕਟ ਆਏ, ਤੇ ਉਹਨੂੰ ਕੰਪਨੀਆਂ ਵਾਲੇ ਜਿਹੜੇ ਨੇ ਇੰਜ ਸ਼ੋਅ ਕਰਦੇ ਕਿ ਲੈਬੋਰਟਰੀ ਦਾ ਰਿਜ਼ਲਟ ਅਗਲੇ ਦਿਨ ਹੀ ਮਨੁੱਖ ਦੇ ਉੱਤੇ ਲੱਗ ਸਕਦਾ। ਜਿਵੇਂ ਮੈਂ ਕੱਲ ਵੀ ਆਪਣੀ ਖੋਜ ਦੀ ਗੱਲ ਕੀਤੀ ਕਿ ਕੰਮ ਤੇ ਅਸੀਂ ਬੜਾ ਪਾਵਰਫੁਲ ਦੇਖਿਆ, ਜਿਹਦੇ ਫਿਰ ਸਾਇੰਸ ਦੇ ਪੇਪਰ ਬਾਅਦ 'ਚ ਬੜੇ ਛਪੇ, ਪਰ ਉਹ ਸਾਰੇ ਦੇ ਸਾਰੇ ਲੈਬੋਰਟਰੀ ਰਿਜ਼ਲਟ ਸਨ। ਮਨੁੱਖਾਂ ਦੇ ਉੱਤੇ ਕਲੇਮ ਕਰਨਾ ਬੜਾ ਲੰਬਾ ਪ੍ਰੋਸੈਸ ਹੈ। ਸੋ ਇਸ ਗੱਲ ਨੂੰ ਜਿਹੜੀ ਕਰਦੇ ਕਿ ਇਹਨਾਂ ਨੂੰ ਇੰਜ ਹੀ ਨਹੀਂ ਤੁਸੀਂ ਵਰਤ ਲੈਣਾ ਹੁੰਦਾ ਲੋਕ ਕਿਸੇ ਦੇ ਕਹੇ ਦੇ ਉੱਤੇ। ਸਿਰਫ ਇੱਕ ਵਧੀਆ ਗੱਲ ਜਿਹੜੀ ਹੈ ਕੋਸਮੈਟਿਕਸ ਦੀ ਜਿਹੜੀ ਵੀ ਵਰਤੋਂ, ਉਹਦੇ ਵਿੱਚ ਇਹ ਹੈ ਕਿ ਉਹ ਆਮ ਤੌਰ 'ਤੇ ਬੜੀ ਛੇਤੀ ਕੋਈ ਨੁਕਸਾਨ ਨਹੀਂ ਕਰਦੀ, ਹਾਂਜੀ। ਉਹ ਫਾਇਦਾ ਤੇ ਜ਼ਿਆਦਾ ਤੌਰ 'ਤੇ ਸਿਰਫ ਮੋਇਸਚਰਾਈਜੇਸ਼ਨ, ਪਾਣੀ ਨੂੰ ਰਿਟੇਨ ਕਰਨ ਦਾ ਹੀ ਕਰਦੀ ਹੈ। ਪਰ ਬਹੁਤੀਆਂ ਕੋਸਮੈਟਿਕ ਜਿਹੜੀਆਂ ਕਿਸੇ ਸਿਸਟਮੈਟਿਕਲੀ ਅਪਰੂਵਲ ਲੈ ਕੇ ਬਣੀਆਂ ਨੇ, ਉਹ ਨੁਕਸਾਨ ਨਹੀਂ ਕਰਦੀਆਂ। ਕਈ ਵਾਰ ਅਸੀਂ ਜਦੋਂ ਇੰਜ ਅਥਾਰਟੀ ਦਾ, ਕਿਸੇ ਵੱਡੇ ਬੰਦੇ ਦਾ, ਕਿਸੇ ਬਾਬੇ ਦਾ, ਕਿਸੇ ਪ੍ਰੈਜ਼ੀਡੈਂਟ ਦਾ ਕਿਹਾ ਹੋਇਆ ਐਵੇਂ ਹੀ ਬਗੈਰ ਸੋਚਿਓ ਮੰਨ ਲਈਏ ਨਾ ਕਿ ਉਹ ਜੀ ਜਿਹੜਾ ਕਲੀਨਿੰਗ ਏਜੰਟ ਹੈ ਉਹ ਕਰੋਨਾ ਮਾਰ ਦੇਗਾ, ਤੇ ਪੀ ਲਓ ਫਿਰ ਜਿਹੜਾ, ਦੇਖ ਲਓ ਕੀ ਹੋਏਗਾ, ਹਾਂਜੀ। ਕਿਉਂਕਿ ਉਹ ਇੱਕ ਐਡੇ ਵੱਡੇ ਦੇਸ਼ ਦਾ ਜਿਹਦੇ ਵਿੱਚ ਲੱਖਾਂ ਸਾਇੰਸਦਾਨ ਵੀ ਨੇ, ਤੇ ਉਹਨਾਂ ਦਾ ਪ੍ਰੈਜ਼ੀਡੈਂਟ ਕਹਿੰਦਾ ਕਿ ਡਿਸਇਨਫੈਕਟਡ ਪੀ ਲਓ, ਜਾਂ ਕੋਈ ਹੋਰ ਵਿਚਾਰਧਾਰਾ ਵਾਲਾ ਕਹਿੰਦਾ ਕਿ ਫਲਾਣੇ ਜਾਨਵਰ ਦਾ ਪਿਸ਼ਾਬ ਪੀ ਲਓ, ਜਾਂ ਕੁਝ ਹੋਰ ਕਰ ਲਓ, ਜਿਹੜੇ ਵੀ ਚੀਜ਼ਾਂ ਉਹਦੇ ਵਿੱਚ। ਚਲੋ ਮੈਂ ਬਹਿਸ 'ਚ ਨਹੀਂ ਪੈਣਾ ਚਾਹੁੰਦਾ, ਤੁਹਾਨੂੰ ਸਿਰਫ ਇਹ ਦੱਸਿਆ ਕਿ ਕਿਵੇਂ ਚੁਣਨਾ। ਉਹ ਫਿਰ ਬਾਅਦ ਵਿੱਚ ਆਏਗਾ ਹੋਰਮੈਟਿਕ ਵੇ ਦੇ ਫਲਾਈਟ 'ਚ ਕਿ ਕਿਹੜੀ ਕਰੀਮ ਨੂੰ, ਇਸ ਤੋਂ ਇਲਾਵਾ ਕਿਹੜੇ ਤਰੀਕੇ ਨੇ ਕਿ ਜਦੋਂ ਅਸੀਂ ਚੁਣ ਸਕਦੇ ਹਾਂ ਕਿ ਕਿਹੜੀ ਚੀਜ਼ ਮੇਰੇ ਲਈ ਫਾਇਦੇਮੰਦ ਹੋਏਗੀ ਤੇ ਮੈਂ ਅਫੋਰਡ ਕਰ ਸਕਦਾ ਤੇ ਮੈਨੂੰ ਉਹਦੇ ਚੰਗਾ ਵੀ ਲੱਗੇਗਾ। ਇਹ ਗੱਲਾਂ ਬੜੇ ਆਰਾਮ ਨਾਲ ਹੋਣਗੀਆਂ। ਹਾਲੀ ਤੁਹਾਨੂੰ ਮੈਂ ਸਿਰਫ ਜਿਹੜੀ ਹੈ ਉਹਨਾਂ ਦੇ ਬਾਰੇ ਜਨਰਲ ਅਵੇਅਰਨੈਸ ਦਿੱਤੀ ਹੈ ਕਿ ਦੇਖੋ ਕੋਸਮੈਟਿਕਸ ਨੂੰ ਐਡੀ ਛੇਤੀ ਨਾ ਫੜ ਲਿਆ ਕਰੋ ਕਿਉਂਕਿ ਉਹ ਮੇਰੇ ਗਵਾਂਢੀ ਦੇ ਉੱਤੇ ਕੰਮ ਕੀਤੀ ਤੇ ਮੇਰੇ ਤੇ ਵੀ ਕਰਨੀ ਹੈ, ਤੇ ਜੋ ਵੀ ਹੈ। ਕੱਲ੍ਹ ਦੀਆਂ ਗੱਲਾਂ ਦੂਜੀਆਂ ਦੀਆਂ ਮਿਲਿਊ ਦੀਆਂ ਕਰਦੇ ਹਾਂ। ਮੈਂ ਜਨਰਲ ਹਾਈਜੀਨ ਦੀ ਗੱਲ ਕੀਤੀ, ਡੈਂਟਲ ਹਾਈਜੀਨ ਦੀ ਗੱਲ ਕੀਤੀ, ਦੰਦਾਂ ਦੀ ਸਫਾਈ ਦੀ, ਜਨਰਲ ਸਰੀਰ ਦੇ ਸਾਂਭ ਸੰਭਾਲ ਦੀ। ਫਿਰ ਨੀਂਦ ਦੇ ਉੱਤੇ ਬੜਾ ਜ਼ੋਰ ਨਾਲ ਮੈਂ ਦਿੱਤਾ ਕਿ ਕਿਵੇਂ ਆਪਣੀ ਡੇਲੀ ਰਿਦਮਸ ਨੂੰ ਪਛਾਣ ਕੇ ਪੂਰੀ ਨੀਂਦ ਲੋੜ ਹੈ। ਉਹਦੇ 'ਚ ਇੱਕ ਗੱਲ ਜਿਹੜੀ ਥੋੜ੍ਹੀ ਜਿਹੀ ਮੈਂ ਕਹਿਣੀ ਭੁੱਲ ਗਿਆ, ਉਹ ਹੋਏਗਾ ਵੈ ਰੋਲ ਆਫ ਇਹ ਜਿਹੜਾ ਮਸਾਜ, ਪੂਰੇ ਸਰੀਰ ਦਾ ਫੁੱਲ ਬੋਡੀ ਮਸਾਜ ਲੈਣਾ। ਉਹ ਮਸਾਜ ਦਾ ਕਾਰਡੀਓਵੈਸਕੂਲਰ ਤੇ ਸਰਕੂਲੇਸ਼ਨ ਦੇ ਉੱਤੇ ਤੇ ਜੋ ਫਰਕ ਪੈਂਦਾ ਹੀ ਪੈਂਦਾ, ਉਹਦਾ ਇੱਕ ਬੜਾ ਜ਼ਰੂਰੀ ਇੱਕ ਹੋਰ ਫੈਕਟਰ ਹੈ, ਉਹੀ ਮਾਨਸਿਕ ਲੈਵਲ ਤੇ, ਜਿਹਦੀ 3-4 ਦਿਨ ਲੈਕਚਰ ਪਹਿਲੇ ਗੱਲ ਕੀਤੀ ਸੀ ਨਾ, ਭੁੱਖ ਦੀ, ਛੋਹ ਦੀ ਭੁੱਖ। ਉਹ ਮਸਾਜ ਜਿਹੜਾ ਵੈ, ਉਹ ਜਿਹਦੇ ਵਿੱਚ ਸੈਕਸ ਦਾ ਕੋਈ ਲੈਣਾ ਦੇਣਾ ਨਹੀਂ ਹੈ, ਉਹ ਸਰੀਰ ਦੇ ਸਾਰੇ ਹਿੱਸਿਆਂ ਨੂੰ ਕਿਸੇ ਐਕਸਪਰਟ ਮਸਾਜ ਦੇ ਕੋਲੋਂ ਤੇਲ ਕਿਸੇ ਖੂਬਸੂਰਤ ਐਟਮੋਸਫੀਅਰ 'ਚ ਬੈਠੇ ਜਿਹੜਾ ਲਾਣਾ ਨਾ, ਉਹ ਛੋਹ ਜਿਹੜੀ ਹੈ ਸਰੀਰ ਨੂੰ ਬਹੁਤ ਹੀ ਜ਼ਿਆਦਾ ਰੀਜੂਵੀਨੇਸ਼ਨ ਤੇ ਆਪਣੀ ਸਿਹਤਮੰਦ ਅਵਸਥਾ ਨੂੰ ਫੀਲ ਕਰਦਾ। ਹਾਂ, ਪਰ ਉਹਦੀ ਕਿਉਂਕਿ ਰੈਪੂਟੇਸ਼ਨ ਬੜੀ ਖਰਾਬ ਹੋ ਚੁੱਕੀ ਹੋਈ ਹੈ ਕਿ ਆਮ ਤੌਰ 'ਤੇ ਮਸਾਜ ਨੂੰ ਸਿਰਫ ਤੇ ਸਿਰਫ ਸੈਕਸ ਨਾਲ ਜੋੜ ਲਿਆ ਜਾਂਦਾ, ਪਰ ਨਹੀਂ। ਮਸਾਜ ਜੇ ਆਪਸ ਦੇ ਵਿੱਚ ਦੰਪਤੀ ਕਰ ਸਕਦੇ ਹੋਣ ਜਾਂ ਕੋਈ ਵੀ ਆਪਣਾ ਬੰਦਾ ਕਰ ਸਕਦਾ ਵਿਵਾਹ ਪਲਾ, ਪਰ ਨਹੀਂ ਤੇ ਜਿਹੜੇ ਪ੍ਰੋਫੈਸ਼ਨਲ ਨੇ ਜਿਨ੍ਹਾਂ ਕਈ ਵਾਰ ਕਈ ਮਹੀਨਿਆਂ ਦੀ, ਸਾਲਾਂ ਦੀ ਟ੍ਰੇਨਿੰਗ ਲਈ ਹੁੰਦੀ ਹੈ ਖਾਸ ਮਸਾਜ ਦੇ ਤਰੀਕਿਆਂ ਤੇ, ਮਸਾਜ ਵੀ ਸਾਡੀ ਜ਼ਿੰਦਗੀ ਦਾ ਬਹੁਤ ਜ਼ਰੂਰੀ ਹਿੱਸਾ ਹੈ ਕਿ ਮਿਲਿਊ ਨੂੰ ਇੰਪਰੂਵ ਕਰਨ 'ਚ। ਹੁਣ ਇਸ ਤੋਂ ਅੱਗੇ ਫਿਰ ਹੁਣ ਗੱਲ ਚੱਲਣੀ ਹੈ ਕਿ ਇਹ ਜਿਹੜੇ ਸੁਪਰਫਿਸ਼ੀਅਲ ਤਰੀਕਿਆਂ ਤੋਂ ਇਲਾਵਾ ਫਿਰ ਸਾਡੀ ਕੈਟੇਗਰੀ 'ਚ ਆਉਂਦਾ ਸੀ ਅਗਲਾ ਸਟੈਪ, ਰੀਪਲੈਨਿਸ਼ਮੈਂਟ। ਉਹਦੀ ਜਿਹੜੀ ਬੇਸਿਕ ਆਧਾਰ ਹੈ, ਉਹਦੇ ਪਿੱਛੇ ਜਿਹੜੀ ਸਾਇੰਸ ਹੈ ਜਾਂ ਫਿਲੋਸਫੀ ਹੈ, ਉਹ ਇਹ ਹੈ ਕਿਉਂਕਿ ਪਿਛਲੇ 50 ਸਾਲਾਂ 'ਚ ਸਾਇੰਸਦਾਨਾਂ ਨੇ ਹਜ਼ਾਰਾਂ ਹੀ ਪੇਪਰ ਤੇ ਕਿਤਾਬਾਂ ਲਿਖੀਆਂ ਨੇ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਵੱਖ-ਵੱਖ ਜਾਨਵਰਾਂ ਵਿੱਚ ਤੇ ਮਨੁੱਖੀ ਸਰੀਰ ਵਿੱਚ ਕਿਹੜੀ ਚੀਜ਼ ਉਮਰ ਦੇ ਕਿਹੜੇ ਪੜਾਅ ਦੇ ਉੱਤੇ ਕਿੰਨੇ ਲੈਵਲ ਤੇ ਹੁੰਦੀ ਹੈ। ਹਾਂਜੀ, ਕਈ ਚੀਜ਼ਾਂ
ਜਵਾਨੀ 'ਚ ਵੱਧ ਹੁੰਦੀਆਂ ਨੇ ਤੇ ਫਿਰ ਹੌਲੀ ਹੌਲੀ ਬੁਢੇਪੇ ਵਿੱਚ ਘਟਦੀਆਂ ਸ਼ੁਰੂ ਹੋ ਜਾਂਦੀਆਂ। ਜ਼ਿਆਦਾ ਐਗਜ਼ਾਮਪਲਾਂ ਉਹੀ ਹੁੰਦੀਆਂ, ਪਰ ਕਈ ਚੀਜ਼ਾਂ ਹੌਲੀ ਹੌਲੀ ਵੱਧ ਵੀ ਰਹੀਆਂ ਹੁੰਦੀਆਂ ਨੇ। ਸੋ ਉਹਦੀ ਫਿਲਾਸਫੀ ਹੈ ਕਿ ਅੱਛਾ ਜੀ, ਜਿਹੜਾ ਤੇ ਗ੍ਰਾਫ ਸ਼ੋ ਕਰਦਾ ਕਿ ਏਜਿੰਗ ਦੇ ਨਾਲ ਇਹ ਚੀਜ਼ ਥੱਲੇ 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 ਗਈ ਹੈ, ਸੋ ਸਿੰਪਲ ਜਿਹਾ ਰੂਲ ਹੈ ਕਿ ਉਨੀ ਤੁਸੀਂ ਮੂੰਹ ਦੇ ਵਿੱਚ ਫਿਰ ਖਾਣੀ ਸ਼ੁਰੂ ਕਰ ਲਓ ਜਾਂ ਇੰਜੈਕਸ਼ਨ ਲਾ ਲਓ ਤੇ ਠੀਕ ਹੋ ਜਾਣਗੇ। ਉਹ ਕਿਸੇ ਇੱਕ ਨਾਰਮਲ ਯੂਥਫੁਲ ਸਟੇਜ, ਜਵਾਨੀ ਦੀ ਅਵਸਥਾ 'ਚ ਜੇ ਵਾਪਸ ਲੈ ਆਵਾਂਗੇ ਤੇ ਸਾਰਾ ਤੇ ਪ੍ਰੋਬਲਮ ਸੋਲਵ ਹੋ ਗਈ। ਹਾਂਜੀ, ਕਿ ਜਿਹੜਾ ਹਾਰਮੋਨ ਥੱਲੇ ਗਿਆ, ਜਿਹੜੇ ਐਂਟੀਆਕਸੀਡੈਂਟ ਗਏ ਨੇ, ਜਿਹੜੇ ਕੈਮੀਕਲਸ ਗਏ ਨੇ, ਉਹਨਾਂ ਚੀਜ਼ਾਂ ਨੂੰ ਅਸੀਂ ਜੇ ਵਾਪਸ ਪਾ ਲਾਂਗੇ, ਰਿਪਲੈਨਿਸ਼ਮੈਂਟ ਕਰ ਲਾਂਗੇ। ਜਾਂ ਫਿਰ ਜਿਹੜੇ ਹੀ ਐਂਥੂਸੀਆਸਟਿਕ, ਜਿਹੜੇ ਜ਼ਿਆਦਾ ਜਿਨ੍ਹਾਂ ਨੂੰ ਸ਼ੌਕ ਹੁੰਦਾ, ਉਹ ਹੁੰਦਾ ਕਿ ਅੱਛਾ ਜਿੰਨਾ ਕਿਤੇ ਵਾਪਸ ਦਾ ਲੈਵਲ ਸੀ ਉਸ ਤੋਂ ਵੀ ਮੈਂ ਜੇ ਵੱਧ ਦੇ ਦੇਵਾਂ ਤੇ ਮੈਨੂੰ ਤੇ ਹੋਰ ਵੀ ਫਾਇਦਾ ਹੋਏਗਾ। ਹੁਣ ਇਹ ਜਿਹੜੀ ਹੈ ਨਾ ਅਪਰੋਚ, ਇਹ ਅੱਧੀ ਇੱਕ ਬੜੀ ਨੁਕਸਾਨਦੇਹੀ ਹੈ ਤੇ ਕਦੇ ਕਦੇ ਕਿਸੇ ਹਾਲਤਾਂ ਵਿੱਚ ਇਹਦੇ ਫਾਇਦੇ ਹੈਗੇ ਨੇ। ਨੁਕਸਾਨਦੇਹੀ ਇਹ ਹੈ ਕਿਉਂਕਿ ਇਹ ਜਿਹੜੀ ਫਿਲਾਸਫੀ ਹੈ ਨਾ ਕਿ ਜੋ ਕੁਝ ਸਾਡੇ ਸਰੀਰ ਵਿੱਚ ਬੁਢੇਪੇ 'ਚ ਹੋ ਰਿਹਾ ਉਹ ਸਭ ਕੁਝ ਖਰਾਬ ਹੋ ਰਿਹਾ, ਕੈਮੀਕਲ ਲੈਵਲ ਤੇ, ਬਾਇਓਲੋਜੀਕਲ ਲੈਵਲ ਤੇ। ਹਾਂ, ਆਊਟਪੁੱਟ ਦੇ ਲੈਵਲ ਤੇ ਫੰਕਸ਼ਨ ਖਰਾਬ ਹੋ ਰਿਹਾ, ਪਰ ਜਿਹੜੀਆਂ ਅੰਦਰ ਦੀਆਂ ਚੀਜ਼ਾਂ ਨੇ ਨਾ, ਉਹ ਜਦੋਂ ਵੱਧਦੀਆਂ ਘਟਦੀਆਂ ਨੇ, ਉਹ ਤੁਸੀਂ ਮੰਨ ਕੇ ਚੱਲੋ, ਜਿਹੜਾ ਮੈਂ ਪਹਿਲੇ ਵੀ ਕਈ ਵਾਰ ਕਹਿ ਚੁੱਕਾ ਕਿ ਬਾਡੀ ਜਿਉਣਾ ਚਾਹੁੰਦੀ ਹੈ, ਉਹਦਾ ਕਈ ਵਾਰ ਜਿਉਣ ਦਾ ਇੱਕ ਸਟਰਗਲ ਹੁੰਦੀ, ਇੱਕ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਿਵਾਂ, ਤੇ ਉਹ ਜਿਉਣ ਦੇ ਲਈ ਉਹਨੂੰ ਉਹ ਚੀਜ਼ਾਂ ਘਟਾਉਣੀਆਂ ਪੈਂਦੀਆਂ। ਤੇ ਇਹਦੀ ਬੈਸਟ ਐਗਜ਼ਾਮਪਲ ਜਿਹੜੀ ਆਉਂਦੀ ਹੈ ਉਹ ਹਾਰਮੋਨਸ ਨੇ, ਕਿ 45-50 ਸਾਲ ਦੀ ਉਮਰ ਦੇ ਉੱਤੇ ਸਾਡੇ ਸਾਰੇ ਵੱਡੇ ਹਾਰਮੋਨ, ਖਾਸ ਕਰਕੇ ਸੈਕਸ ਹਾਰਮੋਨ, ਬੰਦਿਆਂ ਵਿੱਚ ਟੈਸਟੋਸਟਰੋਨ, ਔਰਤਾਂ ਦੇ ਵਿੱਚ ਐਸਟ੍ਰੋਜਨ, ਫਿਰ ਈਵਨ ਇਨਸੂਲਿਨ, ਇਹ ਸਾਰੇ ਚੀਜ਼ਾਂ ਥੋੜ੍ਹੀਆਂ ਥੋੜ੍ਹੀਆਂ ਘਟ ਰਹੀਆਂ ਹੁੰਦੀਆਂ। ਤੇ ਉਹਨਾਂ ਦੇ ਕਿਉਂਕਿ ਹਾਰਮੋਨ ਜਿਹੜੇ ਹੁਣ ਇਵੋਲੂਸ਼ਨ 'ਚ ਵਰਤੇ ਜਾਣ ਦੀ ਲੋੜ ਨਹੀਂ, ਖਾਸ ਕਰਕੇ ਸੈਕਸ ਹਾਰਮੋਨ ਟੈਸਟੋਸਟਰੋਨ, ਉਹ ਜੇ ਤੁਸੀਂ ਉਹਨੂੰ ਘਟਾਓਗੇ ਨਹੀਂ ਤੇ ਅਸਲ 'ਚ ਬਾਡੀ ਜਿਹੜੀ ਹੈ ਉਹਨੂੰ ਨੁਕਸਾਨ ਹੁੰਦਾ। ਬੰਦਿਆਂ ਦੇ ਮਾਮਲੇ ਵਿੱਚ, ਮਰਦਾਂ ਦੇ ਮਾਮਲੇ ਵਿੱਚ ਪਤਾ ਕੀ ਹੈ ਸਭ ਤੋਂ ਵਧੀਆ ਸੋ ਕਾਲਡ ਐਂਟੀ ਏਜਿੰਗ ਇੰਟਰਵੈਂਸ਼ਨ? ਕੈਸਟ੍ਰੇਸ਼ਨ, ਕਿ ਉਹਨਾਂ ਨੂੰ ਖੱਸੀ ਕਰ ਦਿਓ। ਖੱਸੀ ਕਰਨ ਦੇ ਨਾਲ ਉਹ ਹਾਰਮੋਨ ਟੈਸਟੋਸਟਰੋਨ ਨਹੀਂ ਬਣਦਾ, ਉਮਰ ਲੰਬੀ ਹੁੰਦੀ ਹੈ। ਇਹ ਬੜੀਆਂ ਰਿਸਰਚਾਂ ਹੋਈਆਂ ਨੇ, ਇਨਡਾਇਰੈਕਟ ਰਿਸਰਚਾਂ, ਕਿ ਕਿਸੇ ਜ਼ਮਾਨੇ 'ਚ ਡੈਨਮਾਰਕ ਵਿੱਚ ਵੀ ਤੇ ਕਈ ਦੇਸ਼ਾਂ 'ਚ ਹਾਲੀ ਵੀ ਜਿਹੜੇ ਬੜੇ ਵਾਇਲੈਂਟ ਕਿਸਮ ਦੇ ਕ੍ਰਿਮੀਨਲ ਹੁੰਦੇ ਨੇ ਨਾ, ਤੇ ਉਹਨਾਂ ਦਾ ਮੂਡ ਦੇ ਉੱਤੇ ਕਾਬੂ ਨਹੀਂ ਹੈ, ਤੇ ਉਹਨਾਂ ਨੂੰ ਕਈ ਵਾਰੀ ਸਜ਼ਾ ਦੇ ਰੂਪ 'ਚ ਕੈਸਟਰੇਟ ਕਰ ਦਿੱਤਾ ਜਾਂਦਾ। ਤੇ ਉਹਨਾਂ ਦਾ ਦੇਖਿਆ ਗਿਆ ਕਿ ਕੈਸਟਰੇਟਡ ਜਿਹੜੇ ਮਰਦ ਸਨ ਜੇਲ੍ਹਾਂ ਵਿੱਚ ਜਾਂ ਬਾਹਰ, ਉਹਨਾਂ ਦੀ ਉਮਰ ਦੂਜੀ ਪਾਪੂਲੇਸ਼ਨ ਨਾਲੋਂ ਉਹਦੇ ਚਾਂਸਸ ਜ਼ਿਆਦਾ ਸਨ ਲੰਬੇ। ਇੰਝ ਹੀ ਖੁਸਰਿਆਂ ਦੇ, ਹਿਜੜਿਆਂ ਦੇ ਉਮਰ ਕਈ ਵਾਰੀ ਜ਼ਿਆਦਾ ਹੁੰਦੀ ਹੈ। ਪੁਰਾਣੇ ਜ਼ਮਾਨਿਆਂ ਵਿੱਚ ਉਹ ਵੀ ਕੋਰੀਆ ਤੇ ਚਾਈਨਾ ਦੀ ਹੈ ਕਿ ਉਹਨਾਂ ਦੀ ਆਪਣੀਆਂ ਹਰਮ ਦੇ ਵਿੱਚ ਨਾ ਆਪਣੀ ਰਾਣੀਆਂ ਦੀ ਪ੍ਰੋਟੈਕਸ਼ਨ ਲਈ, ਈਵਨ ਮੇਰੇ ਖਿਆਲ 'ਚ ਮੁਗਲ ਪੀਰੀਅਡ 'ਚ ਵੀ ਐਗਜ਼ਾਮਪਲ ਆਉਂਦਾ ਸੀ, ਉਹ ਆਮ ਤੌਰ 'ਤੇ ਕਈ ਵਾਰ ਖੁਸਰਿਆਂ ਨੂੰ ਲਾਉਂਦੇ ਸੀ ਜਾਂ ਲੋਕਾਂ ਨੂੰ, ਮਰਦਾਂ ਨੂੰ ਖੱਸੀ ਹੈ ਜੇ ਸਿਕਿਉਰਿਟੀ ਵਾਲਾ ਲਾਣਾ। ਤੇ ਉਹ ਦੇਖਿਆ ਗਿਆ ਬਾਅਦ 'ਚ ਯੂਨਿਕਸ ਦਾ ਉਹਨਾਂ ਦੀ ਉਮਰਾਂ ਲੰਬੀਆਂ ਸੀ। ਗਰੋਥ ਹਾਰਮੋਨ ਜਦੋਂ ਘਟਦਾ, ਜਿਹੜੇ ਜਿਨ੍ਹਾਂ ਵਿੱਚ ਘੱਟ ਹੈ ਲੋਕਾਂ ਦੇ ਵਿੱਚ, ਜੇ ਉਹ ਠੀਕ ਠਾਕ ਪਹਿਲੀ ਉਮਰ ਜਿਉਂਦੇ ਰਹੇ ਨੇ, ਤੇ ਉਹ ਜਿਹੜੇ ਡਵਾਰਫ ਹੁੰਦੇ ਨੇ ਬਿਲਕੁਲ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਬੌਣੇ, ਉਹਨਾਂ ਦੀ ਉਮਰ ਕਈ ਵਾਰ ਜ਼ਿਆਦਾ ਹੁੰਦੀ ਹੈ। ਹਾਂਜੀ, ਸੋ ਇਹ ਜਿਹੜੇ ਹਾਰਮੋਨ ਵਾਲਾ ਕੰਮ ਹੈ ਨਾ, ਕਿਉਂਕਿ ਟੈਸਟੋਸਟਰੋਨ ਮੇਰਾ ਘਟਿਆ ਤੇ ਮੈਂ ਲਵਾਂ ਤੇ ਮੈਨੂੰ ਮਰਦਾਨਗੀ ਮਿਲ ਜਾਏਗੀ, ਹੋ ਸਕਦਾ ਕਿਸੇ ਲੈਵਲ ਤੱਕ ਮਿਲ ਵੀ ਜਾਵੇ, ਪਰ ਉਹਦਾ ਉਮਰ ਤੇ ਏਜਿੰਗ ਨਾਲ ਸਗੋਂ ਪੁੱਠਾ ਤਲਕ ਹੈ। ਇੰਜੀ ਈਸਟ੍ਰੋਜਨ ਦੇ ਮਾਮਲੇ ਵਿੱਚ ਜਿਹੜੀਆਂ ਔਰਤਾਂ ਨੂੰ ਤੇ ਮੈਨੋਪੌਜ਼ ਤੋਂ ਬਾਅਦ ਈਸਟ੍ਰੋਜਨ ਦੀ ਕਮੀ ਹੋਣ ਕਰਕੇ ਓਸਟੀਓਪੋਰੋਸਿਸ, ਵੀ ਬੋਨ ਦੀ ਬਿਮਾਰੀਆਂ, ਹੱਡੀਆਂ ਦਾ ਲਾਸ ਹੋ ਰਿਹਾ, ਉੱਥੇ ਤੇ ਈਸਟ੍ਰੋਜਨ ਕੰਮ ਕਰੇਗੀ। ਪਰ ਜੇ ਉਂਝੀ ਈਸਟ੍ਰੋਜਨ ਲਈ ਜਾਵਾਂਗੇ ਕਿ ਕਿਉਂਕਿ ਘਟੀ ਹੋਈ ਹੈ, ਤੇ ਉਹਦੇ ਨਾਲ ਸਟੱਡੀਜ਼ ਹੈਗੀਆਂ ਕਿ ਕਈ ਵਾਰ ਸਗੋਂ ਕੈਂਸਰ ਦੇ ਚਾਂਸਸ ਵੱਧਦੇ ਨੇ। ਹਾਂਜੀ, ਹੁਣ ਇਹ ਮੈਂ ਬੜੀ ਜਨਰਲਾਈਜ਼ ਗੱਲਾਂ ਕਰ ਰਿਹਾ, ਕਿਉਂਕਿ ਜਦੋਂ ਇਹ ਹਾਰਮੋਨ ਘਟਦੇ ਨੇ ਨਾ, ਜੇ ਤੇ ਉਹ ਬਿਮਾਰੀ ਦੀ ਲੈਵਲ ਤੇ ਜਾ ਰਹੇ ਹੋਣ, ਜਿਹੜੀਆਂ ਕਿ ਹੈਗੀਆਂ ਸੀਰੀਅਸ ਇਸ਼ੂਜ਼, ਬਿਮਾਰੀ ਤੇ ਨਾਰਮਲ ਲੈਵਲ ਦੇ ਵਿੱਚ ਬੜਾ ਵੱਡਾ ਕੁਐਸਚਨ ਮਾਰਕ ਹੈ ਕਿ ਨਾਰਮਲ ਕਿਹੜੀ ਉਮਰ 'ਚ ਕਿੰਨਾ ਕੁ। ਹਾਂਜੀ, ਈਵਨ ਬਲੱਡ ਪ੍ਰੈਸ਼ਰ ਦੇ ਮਾਮਲੇ ਵਿੱਚ ਵੀ, ਬਲੱਡ ਪ੍ਰੈਸ਼ਰ ਜਿਹੜਾ ਹੈ ਨਾ, ਉਹ ਬੁਢੇਪੇ ਵਿੱਚ 60-70 ਦੀ ਉਮਰ ਤੱਕ ਪੁੱਜਦਾ ਥੋੜ੍ਹਾ ਕੁ 5-10% ਹਾਈ ਹੋਣਾ ਚਾਹੀਦਾ। ਮੈਂ ਹੁਣੇ, ਮੇਰਾ ਪੁਰਾਣਾ ਡਾਕਟਰ ਰਿਟਾਇਰ ਹੋ ਗਿਆ, ਤੇ ਮੈਂ ਜਦੋਂ ਨਵੀਂ ਡਾਕਟਰ ਇੱਕ ਯੰਗ ਜੀ ਕੁੜੀ ਨੇ ਸ਼ੁਰੂ ਕੀਤਾ, ਉਹਦੇ ਕੋਲ ਗਿਆ, ਤੇ ਉਹ ਪਹਿਲੇ ਉਸ ਚੱਕਰ 'ਚ ਪੈ ਗਈ, ਬਲੱਡ ਪ੍ਰੈਸ਼ਰ ਤੇਰਾ ਨਾ ਥੋੜ੍ਹਾ ਜਿਹਾ ਹਾਈ ਹੈ। ਮੈਂ ਕਿਹਾ ਥੋੜ੍ਹਾ ਹਾਈ ਦੈਨ ਵਾਟ, ਕਿਹਦੇ ਤੋਂ? ਉਹਨੇ ਜਿਹੜਾ ਨੰਬਰ ਦਿੱਤਾ ਕਿ ਇਹ 117, 120, ਮੈਂ ਕਿਹਾ ਜੀ ਉਹ ਨੰਬਰ ਕਿੱਥੋਂ ਆਏ ਨੇ? ਉਹ ਤੇ 20-25 ਸਾਲ ਦੀ ਉਮਰ ਦੇ ਨੇ। ਇੱਕ 60 ਤੋਂ ਉੱਪਰ ਵਾਲੀ ਉਮਰ ਦੇ ਬੰਦੇ ਦਾ, ਬੁਢੇਪੇ ਵਾਲੇ ਬੰਦੇ ਦਾ ਕੀ ਹੈ ਨਾਰਮਲ ਵੈਲਿਊ? ਕਿਉਂਕਿ ਉਹਨਾਂ ਨੂੰ ਸਿਰਫ ਰੀਡਿੰਗਸ ਦਿੱਤੀਆਂ ਹੋਈਆਂ। ਬੜੀਆਂ ਚੀਜ਼ਾਂ ਬਾਡੀ 'ਚ ਚੇਂਜ ਹੋ ਰਹੀਆਂ ਹੁੰਦੀਆਂ ਸਾਡੇ ਜਿਉਣ ਦੇ ਲਈ।
ਅਡੈਪਟੇਸ਼ਨ ਥੋੜੀ ਜਿਹੀ ਘਟਾਣੀ ਸੈਕਸ ਹਾਰਮੋਨਸ ਦੀ। ਇਸ ਲਈ ਮੈਂ ਐਗਜ਼ਾਮਪਲ ਵਰਤੀ ਕਿਉਂਕਿ ਹਾਰਮੋਨ ਬਣਾਉਣੇ ਬੋਡੀ 'ਚ ਕੋਈ ਐਡੇ ਸੌਖੇ ਨਹੀਂ ਪਏ ਹੁੰਦੇ, એનર્ਜੀ ਯੂਜ਼ ਕਰਦੀ ਹੈ। ਤੇ ਜਦੋਂ ਇਵੋਲੂਸ਼ਨ ਨੂੰ ਪਤਾ ਕਿ ਰੀਪਰੋਡਕਸ਼ਨ ਤੇ ਹੁਣ ਹੋਣੀ ਨਹੀਂ ਹੈ, ਤੇ ਉਹ ਫਿਰ ਉਹਨੂੰ ਸਵਿਚ ਆਫ ਕਰਦੀ ਹੈ। ਲੈਬੋਰਟਰੀ ਰਿਸਰਚਾਂ ਨੇ ਬੜਾ ਜ਼ਬਰਦਸਤ ਡੇਟਾ ਦਿੱਤਾ ਹੈ ਕਿ ਜਦੋਂ ਵੀ ਜੇ ਕਿਸੇ ਜਾਨਵਰਾਂ ਨੂੰ ਉਹਨਾਂ ਨੂੰ ਲੰਬੀ ਉਮਰ ਕਰਨ ਦੇ ਉਹਨਾਂ 'ਤੇ ਐਕਸਪੈਰੀਮੈਂਟ ਕੀਤੇ ਗਏ, ਉਹ ਉਹੀ ਉਮਰਾਂ ਲੰਬੀਆਂ ਕਰ ਸਕੇ ਚੀਜ਼ਾਂ ਜਿਨ੍ਹਾਂ 'ਚ ਹਾਰਮੋਨਸ ਘਟਾਏ ਗਏ। ਉਹ ਭਾਵੇਂ ਮੈਲਾਟੋਨਿਨ ਸੀ, ਇਨਸੂਲਿਨ ਸੀ, ਗਰੋਥ ਹਾਰਮੋਨ ਸੀ, ਬੜੀ ਕਿਸਮ ਦੀ, ਕਿ ਉਹਨਾਂ ਦੇ ਵਿੱਚ ਹਾਰਮੋਨਸ ਨੂੰ ਘਟਾਉਣਾ ਜ਼ਰੂਰੀ ਸੀ ਤਾਂ ਹੀ ਉਹ ਲੰਬੀ ਉਮਰ ਹੋਈ। ਜਾਂ ਜਦੋਂ ਨੇਚਰ ਦੇ ਐਕਸਪੈਰੀਮੈਂਟਸ ਦੇ ਵਿੱਚ ਅਗੇਨ ਉਹਨਾਂ ਨੇ ਦੇਖਿਆ ਕਿ ਕੁਝ ਜਾਨਵਰ ਜਿਹੜੇ ਲੰਬੇ ਜਿਉਂਦੇ ਸੀ ਤੇ ਉਹਨਾਂ ਦਾ ਮਿਣਤੀ ਗਿਣਤੀ ਕੀਤੀ ਤੇ ਉਹਨਾਂ 'ਚ ਹਾਰਮੋਨਸ ਦੀ ਸਗੋਂ ਲੋਅਰ ਲੈਵਲ ਸੀ। ਹੁਣ ਸੁਣਨ ਨੂੰ ਇਹ ਬੜੀ ਪੈਰਾਡੌਕਸੀਕਲ ਜੀ ਲੱਗਦੀ ਹੈ, ਪਰ ਇਹ ਉਹੀ ਹੋਮਿਓਡਾਇਨਾਮਿਕਸ ਸਿਹਤ ਸੰਭਾਲ ਦੇ ਜੁੜਿਆਂ ਦੇ ਨਾਲ ਜੋ ਇਸੇ ਲਈ ਮੈਂ 15-16 ਜਿਹੜੇ ਲੈਕਚਰ ਬਾਇਓਲੋਜੀ ਦੇ ਦਿੱਤੇ ਕਿ ਇਹ ਹਾਰਮੋਨਸ ਲੈਣੇ ਮਾਰਕੀਟ 'ਚ ਬੜੇ ਅਵੇਲੇਬਲ ਨੇ, ਖਾਸ ਕਰਕੇ ਗਰੋਥ ਹਾਰਮੋਨ, ਟੈਸਟੋਸਟਰੋਨ। ਦੇਖੋ ਜੀ, ਜੇ ਤੇ ਤੁਹਾਨੂੰ ਕੋਈ ਕਲੀਨਿਕਲ ਲੈਵਲ ਦੇ ਉੱਤੇ ਡਾਇਗਨੋਸਿਸ ਹੁੰਦਾ ਹੈ ਕਿ ਹਾਂ ਬਈ ਇਹ ਫਲਾਣਾ ਈਸਟ੍ਰੋਜਨ ਦੀ ਇੰਨੀ ਕਮੀ ਹੋ ਗਈ ਹੈ ਕਿ ਸਾਡੀ ਓਸਟੀਓਪੋਰੋਸਿਸ ਵੱਧਦੀ ਪਈ ਹੈ, ਤੇ ਉਹ ਲੈਣੇ ਠੀਕ ਨੇ। ਹਾਂਜੀ, ਜੇ ਤੇ ਮੈਲਾਟੋਨਿਨ ਨਹੀਂ ਬਣਦੀ ਪਈ ਠੀਕ ਤਰੀਕੇ ਨਾਲ ਤੇ ਤੁਹਾਡੀ ਇਸ ਲੈਵਲ ਤੇ ਜਾ ਰਹੀ ਹੈ ਕਿ ਤੁਹਾਡੀ ਡੇਲੀ ਰਿਦਮ ਖਰਾਬ ਹੋ ਰਹੀ ਹੈ, ਤੁਹਾਡੀ ਨੀਂਦ ਖਰਾਬ ਹੋ ਰਹੀ ਹੈ, ਤੇ ਉਹ ਤੁਹਾਨੂੰ ਲੈ ਲੋਗੇ ਤੇ ਉਹਦਾ ਫਾਇਦਾ ਹੋਏਗਾ। ਪਰ ਜੇ ਤੁਸੀਂ ਸਧਾਰਨ ਨੋਰਮਲ ਸਿਹਤਮੰਦ ਬੁਢੇਪੇ ਦੇ ਵਿੱਚ ਹੀ ਜਿਉ ਰਹੇ ਹੋ, ਬੁਢੇਪਾ ਤੇ ਫਿਰ ਵੀ ਆ ਰਿਹਾ, ਉਹਦੇ 'ਚ ਇੰਨਾ ਹਾਰਮੋਨਾਂ ਦਾ ਲੈਣ ਦਾ ਨੁਕਸਾਨ ਹੋਣ ਦੇ ਵੀ ਕਈ ਵਾਰ ਚਾਂਸਸ ਨੇ, ਜੇ ਫਾਇਦਾ ਨਾ ਵੀ ਹੋਵੇ। ਹਾਂਜੀ, ਪਰ ਫਾਇਦਾ ਕਈ ਵਾਰ ਫਾਇਦਾ ਵੀ ਨਹੀਂ ਹੁੰਦਾ, ਨੁਕਸਾਨ ਵੀ ਨਹੀਂ ਹੁੰਦਾ, ਇਸ ਲਈ ਤੁਸੀਂ ਲੈ ਤੇ ਸਕਦੇ ਹੋ। ਸੋ ਨੋਰਮਲ ਜਿਹੜੀ ਹੈ ਨਾ ਇਹ ਵਾਲਾ ਐਟੀਚਿਊਡ ਲੈਜਿਕ ਦਾ, ਕਿ ਜੋ ਕੁਝ ਜਵਾਨੀ ਦੀ ਅਵਸਥਾ ਵਿੱਚੋਂ ਕੈਮੀਕਲ ਲੈਵਲ ਦੇ ਉੱਤੇ ਘਟਿਆ ਉਹ ਅਸੀਂ ਹੁਣ ਉਹਨੂੰ ਖਾ ਲਈਏ ਜਾਂ ਪੀ ਲਈਏ ਜਾਂ ਇੰਜੈਕਸ਼ਨ ਲਵਾ ਲਈਏ ਤੇ ਅਸੀਂ ਵਾਪਸ ਪੁੱਜ ਜਾਵਾਂਗੇ, ਨਹੀਂ, ਇੰਜ ਨਹੀਂ ਹੁੰਦਾ। ਜੇ ਵਾਕਈ ਕਲੀਨਿਕਲ ਲੈਵਲ ਤੇ ਘਟ ਗਿਆ ਤੇ ਸ਼ਾਇਦ ਇੱਕ ਦਵਾਈ ਦੇ ਰੂਪ 'ਚ ਉਹ ਵਾਜਬ ਹੋ ਜਾਂਦਾ। ਸੋ ਇਸ ਲਈ ਆਟੋਮੈਟਿਕਲੀ ਜਿਹੜੀਆਂ ਨੇ ਨਾ ਉਹਨਾਂ ਨੂੰ ਗੋਲੀਆਂ ਤੇ ਇੰਜੈਕਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ। ਇਹੀ ਚੀਜ਼ ਦਾ ਰੂਲ ਹੁਣ ਅੱਗੇ ਲੱਗੇਗਾ ਜਿਹੜੀ ਬਾਕੀ ਚੀਜ਼ਾਂ ਨੇ, ਜਿਵੇਂ ਐਂਟੀਆਕਸੀਡੈਂਟਸ ਦੀ ਗੱਲ ਕਰਦੇ ਹਾਂ ਜੀ, ਪਿਲਸ ਦੀ ਗੱਲ ਕਰਦੇ ਹਾਂ, ਉਹਦੇ ਉੱਤੇ ਹੁਣ ਅੱਜ ਦਾ ਮੈਂ ਉੱਥੇ ਨਹੀਂ ਵੱਧਦਾ ਕਿਉਂਕਿ ਹਾਲੇ ਆਲਮੋਸਟ 20 ਮਿੰਟ ਫਿਰ ਹੋਣ ਤੇ ਆ ਗਏ ਨੇ। ਮੈਸੇਜ ਅੱਜ ਦਾ ਇਹੀ ਹੈ ਕਿ ਇਨਵਾਇਰਨਮੈਂਟ ਨੂੰ ਇੰਪਰੂਵ ਕਰਨ ਦੇ ਲਈ ਸਾਨੂੰ ਜਿਹੜੀ ਰਿਪਲੈਨਿਸ਼ਮੈਂਟ ਦੀ ਫਿਲੋਸਫੀ ਹੈ ਉਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਵਰਤਣਾ ਪੈਣਾ, ਕਿ ਜੋ ਕੁਝ ਬਦਲਿਆ ਉਹਨੂੰ ਆਟੋਮੈਟਿਕਲੀ ਅਚਾਨਕ ਨਹੀਂ ਪਾ ਕੇ ਤੇ ਰਿਕਵਰ ਕੀਤਾ ਜਾ ਸਕਦਾ, ਕਿਉਂਕਿ ਬੋਡੀ ਜਿਹੜੀ ਹੈ ਉਹ ਬਹੁਤੇ ਮਾਮਲਿਆਂ 'ਚ ਇਹਨਾਂ ਚੀਜ਼ਾਂ ਨੂੰ ਵਰਤਦੀ ਵੀ ਨਹੀਂ। ਉਹ ਠੀਕ ਹੈ, ਤੁਹਾਨੂੰ ਲੱਗਦਾ ਆਪਣੀ ਮਨ ਦੀ ਤਸੱਲੀ ਲਈ ਕਿ ਤੁਸੀਂ ਵੀ ਕੁਝ ਕਰ ਲਿਆ, ਪਰ ਉਹਨੂੰ ਨੁਕਸਾਨ ਹੋਣ ਤੋਂ ਬਚਾਉਣ ਦੀ ਲੋੜ ਹੈ, ਕਿਉਂਕਿ ਇਹਦੀ ਕਈ ਵਾਰ ਬੜੀ ਟੈਂਡੈਂਸੀ ਦੇਖੇਗੀ ਕਿ ਲੋਕੀ ਇੰਨੀ ਜ਼ਿਆਦਾ ਕਿਸਮ ਦੇ ਮਲਟੀਪਲ ਹਾਰਮੋਨਸ ਵਰਤਦੇ ਨੇ। ਉਹ ਕਈ ਵਾਰ ਜਵਾਨੀ ਦੀ ਉਮਰ 'ਚ ਉਹ ਮਲਟੀਪਲ ਹਾਰਮੋਨ ਵਰਤ ਕੇ ਉਹਨਾਂ ਨੇ ਮਸਲ ਬਿਲਡਿੰਗ ਕਰਨੀ ਹੁੰਦੀ ਹੈ, ਉਹਦਾ ਫਿਰ ਨੁਕਸਾਨ, ਉਹ ਪ੍ਰਾਈਸ ਪੇ, ਉਹਦੀ ਕੀਮਤ ਬਾਅਦ 'ਚ ਸਾਰੀ ਉਮਰ ਦਿੰਦੇ ਨੇ। ਪਰ ਜੇ ਤੁਸੀਂ 50-60 ਤੋਂ ਉੱਪਰ ਆ ਗਏ ਹੋ ਤੇ ਹਾਰਮੋਨ ਥੈਰੇਪੀਜ਼ ਜਿਹੜੀਆਂ ਕਿ ਸਾਡਾ ਇਨਵਾਇਰਨਮੈਂਟ ਬੋਡੀ ਦਾ ਮਿਲੀਓ ਨੂੰ ਫਿਰ ਸੋ ਕਾਲਡ ਨੋਰਮਲ ਕਰਨ ਦੇ ਵਿੱਚ ਲੱਗਦਾ ਕਿ ਅਸੀਂ ਕਰ ਰਹੇ ਹਾਂ, ਉਹ ਨੋਰਮਲ ਹੋ ਸਕਦਾ ਨਾ ਕਰੇ ਤੇ ਸਾਨੂੰ ਸਗੋਂ ਉਹਦਾ ਨੁਕਸਾਨ ਕਰੇ। ਸੋ ਇਹਨਾਂ ਨੂੰ ਯੂਜ਼ ਜੇ ਕਰਨਾ ਹੈ ਤੇ ਬੜੇ ਧਿਆਨ ਨਾਲ ਉਹਨਾਂ ਬਾਰੇ ਸਮਝ ਕੇ ਤੇ ਕਿਹਦੇ ਕਹਿਣ ਤੇ ਉਹਦੀ ਆਪਣੀ ਕ੍ਰੈਡੀਬਿਲਿਟੀ ਕੀ ਹੈ। ਜਿਹੜਾ ਬੰਦਾ ਕਲੇਮ ਕਰ ਰਿਹਾ ਕਿ ਇਹ ਚੀਜ਼ ਇਹ ਕਰੇਗੀ, ਉਹਨੇ ਕਿਵੇਂ ਕਲੇਮ ਕੀਤਾ, ਇਹ ਉੱਤੋਂ ਉਤਰੀ ਹੈ, ਐਵੇਂ ਮਨ ਜਿਹੜੀ ਘੜਤ ਚੀਜ਼ ਹੈ ਕਿ ਇਹਦੇ ਪਿੱਛੇ ਹਾਰਡ ਵਰਕਿੰਗ ਇੰਨੀ ਮਿਹਨਤ ਕਰਨ ਵਾਲੇ ਸਾਇੰਸਦਾਨਾਂ ਦਾ ਕੰਮ ਹੈ। ਸੋ ਅੱਜ ਦੀ ਵੀ ਗੱਲ ਇਹੀ ਰਿਪਲੈਨਿਸ਼ਮੈਂਟ ਦੇ ਬਾਅਦ, ਕੱਲ੍ਹ ਅਸੀਂ ਇਹਦੇ ਵਿੱਚ ਜਿਹਨੂੰ ਕਹਿੰਦਾ ਐਨਹਾਂਸਮੈਂਟ ਤੇ ਸਪਲੀਮੈਂਟੇਸ਼ਨ, ਉਹਨਾਂ ਦੀ ਵੀ ਗੱਲ ਕਰਾਂਗੇ। ਅੱਜ ਇੱਥੋਂ ਤੱਕ ਹੀ ਗੱਲ ਅਸੀਂ ਨਿਬੇੜਦੇ ਹਾਂ, ਠੀਕ ਹੈ ਜੀ। ਹਮੇਸ਼ਾ ਵਾਂਗ ਰੋਜ਼ ਦੀ ਤਰ੍ਹਾਂ ਇਹ ਮੇਰਾ ਇੱਕ ਤਰੀਕੇ ਦਾ ਜਿੰਗਲ ਬੈਲ ਹੀ ਬਣ ਗਿਆ ਹੋਇਆ। ਆਜ ਕੀ ਮੁਲਾਕਾਤ ਬਸ ਇਤਨੀ।